राजस्थान बाबा जी बेनती है कि मैं 40 साल तो दुखों का सामना कर रही, लेकिन ये दुख वापस ही नहीं होंगे पे। बच्चे ने भी बाहर भेजा, वो भी बाबा जी डिप्रेशन च आके हुण बीमार है। साल 1 साल हो गया, वो भी बीमार है। बाबा जी मैं मेहनत करता ते भजन सिमरन जो तुसीं कहंदे हो वो जिन्ना मेरे को होंदा है मैं करदा। बाबा जी बस ये हुण दिल इधर चक दिओ ते मेरी सुरत नूं अंदर शब्द ना जोड़ दिओ। बेटा देखो, ਆਪਾਂ ਸੁਣਦੇ ਆ ਨਾ, ਕਰਮ ਜੋ ਜੋ ਕਰੇਗਾ ਤੂੰ ਵਹੀ ਫਿਰ ਭੋਗਣਾ ਭਰਨਾ। ਜਿਸ ਵੀ ਦੌਰ ਵਿੱਚੋਂ ਆਪਾਂ ਜਾ ਰਹੇ ਹਾਂ ਉਹ ਆਪਣੇ ਕਰਮਾਂ ਦੇ ਕਾਰਨ ਹੈ ਬੇਟਾ। ਕਰਮ ਕੋਈ ਲੈ ਨਹੀਂ ਸਕਦਾ, ਕਰਮ ਕੋਈ ਦੇ ਨਹੀਂ ਸਕਦਾ। ਸੋ ਜਿਸ ਵੀ ਅਵਸਥਾ ਵਿੱਚ ਮਾਲਿਕ ਨੇ ਰੱਖਿਆ ਹੈ ਉਹ ਸਾਡੀ ਬਿਹਤਰੀ ਵਾਸਤੇ ਰੱਖਿਆ ਹੈ। ਸਾਡਾ ਦਾਇਰਾ ਛੋਟਾ ਹੈ, ਉਸ ਛੋਟੇ ਜਿਹੇ ਦਾਇਰੇ ਵਿੱਚ ਕਈ ਵਾਰੀ ਆਪਾਂ ਨੂੰ ਸਮਝ ਨਹੀਂ ਆਉਂਦੀ ਕਿ ਮੇਰੇ ਨਾਲ ਇਹ ਕਿਉਂ ਹੋ ਰਿਹਾ। ਮਗਰ ਜੇ ਆਪਾਂ ਉਹਦੇ ਭਾਣੇ ਵਿੱਚ ਰਵਾਂਗੇ, ਉਹਦੇ ਹੁਕਮ ਵਿੱਚ ਰਵਾਂਗੇ, ਉਹਨੇ ਇੰਨੀ ਤਾਕਤ ਬਖਸ਼ਣੀ ਹੈ ਕਿ ਆਪਾਂ ਹੱਸਦੇ ਹੱਸਦੇ ਹਰੇਕ ਦੁੱਖ ਤਕਲੀਫ ਚੋਂ ਗੁਜ਼ਰ ਜਾਣਾ। ਇਸ ਕਰਕੇ ਭਜਨ ਸਿਮਰਨ ਕਰੋ, ਭਾਣੇ ਵਿੱਚ ਰਹੋ, ਔਰ ਮਾਲਿਕ ਹਰੇਕ ਦੌਰ ਵਿੱਚੋਂ ਤੁਹਾਨੂੰ ਖੁਸ਼ੀ ਖੁਸ਼ੀ ਕੱਢ ਕੇ ਲੈ ਜਾਓ। बाबा जी दूजी अर्ज है कि मेरा ना अंदरों शब्द तो सुनता लेकिन अंदरों खिंचता नहीं। ਆਪਾਂ ਨਹੀਂ ਪਰਖਾਂ 'ਚ ਪੈਣਾ, ਠੀਕ ਹੈ ਨਾ। ਜੇ ਉਹਦੀ ਬਖਸ਼ਿਸ਼ ਹੋ ਰਹੀ ਹੈ ਉਹਦੇ ਵਿੱਚੋਂ ਤੁਸੀਂ ਮਜ਼ਾ ਲਓ, ਪਰਖ 'ਚ ਨਾ ਪਾਓ ਕਿ ਕਿਵੇਂ ਹੋਣਾ ਚਾਹੀਦਾ ਹੈ ਤਾਂ ਕਦੋਂ ਹੋਣਾ ਚਾਹੀਦਾ। ਬੜੀ ਬਖਸ਼ਿਸ਼ ਹੈ, ਸੁਣੋ। बाबा जी बस बेनती है दया मेरे सुन बाबा जी। बाबा जी की बेनती है, बिन बोलिया सब कुछ जानदा किस आगे कीजे अरदास। एक बेनती है कि मैंने बसूर महाराज जी को नाम लिया सी सन 81 विच। मैंने कुछ पता नहीं सी, मैं गलतियां बहुत कीतियां, मैं झूठ भी बोले, मैं सब कुछ कीता, मैनू माफ कर दो। बच्चे छोटे सी कहंदे जल्दी बई दूजा एड्रैस लिखा दो ते नाम ले लो, तुहानू ज्यादा दिन नहीं लगणगे। मैं ये बहुत गलती वड्डी कीती बाबा जी, मैनू बख्श लो। ਬੇਟਾ ਦੇਖੋ, ਪਹਿਲੀ ਗੱਲ ਤਾਂ ਇਹ ਹੈ ਕਿ ਜਦੋਂ ਜੇ ਆਪਾਂ ਸੱਚ ਦੇ ਰਸਤੇ ਦੇ ਉੱਤੇ ਚੱਲਣਾ ਹੈ, ਹੁਣ ਸੱਚ ਨੂੰ ਝੂਠ ਦੇ ਨਾਲ ਤਾਂ ਨਹੀਂ ਨਾ ਆਪਾਂ ਜੋੜ ਸਕਦੇ। ਸੋ ਹੁਣ ਜੋ ਹੋ ਗਿਆ ਹੋ ਗਿਆ, ਮਗਰ ਹੁਣ ਤੋਂ ਜੀਵਨ ਸਫਾਰੋ, ਸਹੀ ਕੰਮ ਕਰੋ ਬੇਟਾ। बाबा ਜੇ जी ਆਪਾਂ ਸਹੀ ਰਸਤੇ ਦੇ ਉੱਤੇ ਚੱਲਾਂਗੇ ਬੇਟਾ, ਮਾਫੀ ਮੇਰੇ ਤੋਂ ਮੰਗਣ ਦੀ ਲੋੜ ਨਹੀਂ, ਮਾਫੀ ਤਾਂ ਤੁਸੀਂ ਆਪ ਖੁਦ ਨੂੰ ਦੇਣੀ ਹੈ। ਮੈਂ ਨਹੀਂ ਕੋਈ ਹਿਸਾਬ ਕਿਤਾਬ ਲੈਣ ਵਾਸਤੇ ਬੈਠਾ ਬੇਟਾ, ਇਹ ਸਾਡਾ ਮਨ ਨਹੀਂ ਟਿਕਣ ਦਿੰਦਾ। ਜਦੋਂ ਆਪਾਂ ਗਲਤ ਕੰਮ ਕਰਦੇ ਆ ਨਾ, ਸਭ ਤੋਂ ਵੱਡਾ ਜਿਹੜਾ ਹਿਸਾਬ ਕਿਤਾਬ ਮੰਗਣ ਵਾਲਾ ਉਹ ਤੁਹਾਡਾ ਆਪਣਾ ਮਨ ਹੈ। बाबा जी मैं बहुत गलतियां की हैं बाबा जी, परिवार बहुत अच्छा है ਅੱਗੇ लेकिन ਅੱਗੇ ਦੇਖੋ ਬੇਟਾ, ਪਿੱਛੇ ਮੁੜ ਕੇ ਨਾ ਦੇਖੋ, ਅੱਗਾ ਆਪਣਾ ਬਚਾ ਕੇ ਰੱਖੋ। मैनू भजन सिमरन सेवा ते सत्संग तो ना भी छोड़ना, अपने चरणों में रखना बाबा जी, कोई अपने चरणों में रखना। बस मेरी ये मैंने और जन्म ना देना, यही मेरी बेनती है। मेरा सवाल ये है बाबा जी कि सानू सेवा करने दे की फायदे मिलते हैं? ਕਦੇ ਨਹੀਂ ਫਾਇਦਾ ਬੇਟਾ, ਆਪਾਂ ਨਹੀਂ ਫਾਇਦਾ ਸੋਚਣਾ ਬੇਟਾ। ਦੁਨੀਆ ਵਿੱਚ ਨਾ ਸਾਰੀ ਉਮਰ ਇਨਸਾਨ ਲੈਂਦਾ ਹੀ ਹੈ, ਆਪਾਂ ਨੂੰ ਦੇਣਾ ਵੀ ਚਾਹੀਦਾ ਹੈ, ਠੀਕ ਹੈ ਨਾ। ਸਾਰੀ ਉਮਰ ਜੇ ਆਪਾਂ ਹੱਥ ਹੀ ਫੈਲਾਇਆ ਹੈ ਤਾਂ ਫਿਰ ਤਾਂ ਆਪਾਂ ਮੰਗਤੇ ਹੋ ਗਏ ਨਾ। ਤੇ ਜੇ ਆਪਾਂ ਖੁਦ ਮੁਖਤਿਆਰ ਹੋਣਾ ਤਾਂ ਦੇਣਾ ਵੀ ਸਿੱਖਣਾ ਚਾਹੀਦਾ ਹੈ। ਸੋ ਬੇਟਾ, ਸੇਵਾ ਇਨਸਾਨ ਆਪਣੀ ਲੋੜ ਨੂੰ ਕਰਦਾ, ਕਿਸੇ ਫਾਇਦੇ ਨੁਕਸਾਨ ਵਾਸਤੇ ਨਹੀਂ। ਕਿਉਂਕਿ ਆਪਾਂ ਨੂੰ ਮਾਹੌਲ ਚਾਹੀਦਾ ਤਾਂ ਹੀ ਮਨ ਝੁਕੂਗਾ ਤਾਂ ਭਜਨ ਸਿਮਰਨ ਹੋਊਗਾ, ਨਹੀਂ ਤਾਂ ਭਜਨ ਸਿਮਰਨ ਵੀ ਨਹੀਂ ਹੋਣਾ ਬੇਟਾ। जी बाबा जी, इसी तरह दिया दृष्टि अपनी साढ़े ते बना के रखे। ਬਾਬਾ ਜੀ ਸਤਸੰਗੀ ਪਰਿਵਾਰ ਦੇ ਘਰ ਜੇ ਕੋਈ ਬਾਹਰਲਾ ਬੰਦਾ ਆ ਕੇ ਕਵੇ ਵੀ ਤੁਹਾਡੀ ਘਰ ਦੀ ਅਟਰੈਕਸ਼ਨ ਸਹੀ ਨਹੀਂ ਹੈਗੀ, ਬਾਥਰੂਮ ਇੱਧਰ ਨਹੀਂ ਹੋਣਾ ਚਾਹੀਦਾ, ਕਿਚਨ ਇੱਧਰ ਨਹੀਂ ਹੋਣਾ ਚਾਹੀਦਾ, ਲੜਾਈਆਂ ਹੁੰਦੀਆਂ, ਆਪਾਂ ਨੂੰ ਉਹਨਾਂ ਦੀ ਗੱਲ ਮੰਨਣੀ ਚਾਹੀਦੀ ਕਿ ਭਾਣੇ 'ਚ ਰਹਿਣਾ ਚਾਹੀਦਾ ਮਾਲਕ ਦੀ? ਬੇਟਾ ਉਹਨਾਂ ਨੂੰ ਪੁੱਛ ਲਓ ਕਿ ਸਾਨੂੰ ਇਹ ਦੱਸ ਦਿਓ ਕਿ ਕਿਹੜੇ ਪਾਸੇ ਮਾਲਿਕ ਦੀ ਦਇਆ ਨਹੀਂ ਹੈ, ਅਸੀਂ ਉਸ ਤਰਫ ਮੋੜ ਲਾਂਗੇ। ਮਾਲਿਕ ਤਾਂ ਸਰਵ ਵਿਆਪੀ ਹੈ ਬੇਟਾ। ਇਹ ਬੇਟਾ ਜਿਹੜੀਆਂ ਪੁਰਾਣੀਆਂ ਚੀਜ਼ਾਂ ਸੀ ਨਾ, ਇਹਨਾਂ ਦਾ ਮਕਸਦ ਸੀ ਸਿਹਤ ਦੇ ਨਾਲ, ਕਿਸਮਤ ਦੇ ਨਾਲ ਨਹੀਂ, ਸਿਹਤ ਦੇ ਨਾਲ। ਕਿ ਇੱਕ ਤਾਂ ਘਰ 'ਚ ਹਵਾ ਆਉਣੀ ਚਾਹੀਦੀ ਹੈ, ਕਿ ਦੋਨੋਂ ਪਾਸੇ ਖਿੜਕੀਆਂ ਹੋਣ, ਕਿ ਚੰਗੀ ਹਵਾ ਆਵੇ। ਦੂਜਾ ਕਿ ਚੜ੍ਹਦੇ ਸੂਰਜ ਦੀ ਧੁੱਪ ਆਵੇ, ਛਿਪਦੇ ਦੀ ਘੱਟ ਆਵੇ, ਚੜ੍ਹਦੇ ਦੇ ਵਕਤ ਫਿਰ ਗਰਮੀ ਘੱਟ ਲੱਗੂਗੀ। ਇਸ ਕਰਕੇ ਬੇਟਾ ਇਹਨਾਂ ਦਾ ਤਾਲੁਕ ਰੋਜ਼ਮਰਾ ਜ਼ਿੰਦਗੀ ਦੇ ਨਾਲ ਸੀ। ਅਸੀਂ ਨਾਲ ਕਿਸਮਤ ਵੀ ਜੋੜ ਲਈ ਔਰ ਡਰ ਕੇ ਬਹਿ ਗਏ।
ਇਹ ਫਿਰ ਤਾਂ ਜਿਹੜੇ ਬਾਹਰਲੇ ਮੁਲਕ ਹੈਗੇ ਆ ਉਹ ਤਾਂ ਦੇਖਦੇ ਹੀ ਨਹੀਂ ਇਹਨਾਂ ਚੀਜ਼ਾਂ ਨੂੰ, ਉਹਨਾਂ ਦੀ ਤਾਂ ਕਿਸਮਤ ਫਿਰ ਬੜੀ ਮਾੜੀ ਹੋਣੀ ਚਾਹੀਦੀ ਹੈ। ਫਿਰ ਤੁਸੀਂ ਕਿਉਂ ਭੱਜਦੇ ਹੋ ਬਾਹਰਲੇ ਮੁਲਕਾਂ ਨੂੰ? रसम जी। असम ही बाबा जी मेरा पहला सवाल है कि स्पिरिचुअलिज्म और मटेरियलिज्म में हमें बैलेंस बनाने, कैसे बैलेंस बनाया जाए? ਬੇਟਾ ਹਰੇਕ ਚੀਜ਼ ਵਿੱਚ ਹੀ ਇਨਸਾਨ ਨੂੰ ਬੈਲੈਂਸ ਰੱਖਣੀ ਚਾਹੀਦੀ ਹੈ। ਬੱਚਾ ਕਵੇ ਮੈਂ ਖੇਡਣਾ, ਮੈਂ ਪੜ੍ਹਾਈ ਨਹੀਂ ਕਰਨੀ, ਤਾਂ ਮਾਂ ਕੀ ਕਹੂਗੀ? ਬੇਟਾ ਖੇਡਣ ਦਾ ਆਪਣਾ ਵਕਤ ਹੈ, ਪੜ੍ਹਨ ਦਾ ਆਪਣਾ ਵਕਤ ਹੈ। ਆਪਾਂ ਰੋਟੀ ਖਾਂਦੇ ਹਾਂ, ਰੋਟੀ 'ਚ ਵੀ ਦੇਖਦੇ ਹਾਂ ਕਿ ਜੀ ਆਪਾਂ ਨੂੰ ਕਾਰਬੋਹਾਈਡਰੇਟਸ, ਪ੍ਰੋਟੀਨ, ਸਾਰਾ ਕੁਝ ਕਿੰਨਾ ਖਾਣਾ ਚਾਹੀਦਾ। ਬੇਟਾ ਤੁਸੀਂ ਸਾਈਕਲ ਤੇ ਜਾਂਦੇ ਹੋ, ਬੈਲੈਂਸ ਰੱਖੋਗੇ ਤਾਂ ਅੱਗੇ ਵਧੋਗੇ। ਉਸੇ ਤਰ੍ਹਾਂ ਬੇਟਾ 24 ਘੰਟੇ ਹੈ ਦਿਨ ਵਿੱਚ, 24 ਘੰਟਿਆਂ ਵਿੱਚ ਤੁਸੀਂ ਆਪਣੇ ਕੰਮਕਾਜ ਨੂੰ ਵੀ ਧਿਆਨ ਦਿਓ, ਆਪਣੀਆਂ ਜ਼ਿੰਮੇਵਾਰੀਆਂ ਨੂੰ ਵੀ ਧਿਆਨ ਦਿਓ ਔਰ ਰੂਹਾਨੀਅਤ ਨੂੰ ਵੀ ਧਿਆਨ ਦਿਓ। ਬੇਟਾ ਜੇ ਆਪਾਂ ਉਹ ਬੈਲੈਂਸ ਰੱਖਾਂਗੇ ਸਾਡੀ ਰਫ਼ਤਾਰ ਬਹੁਤ ਚੰਗੀ ਹੋਊਗੀ। ਜੇ ਇੱਕ ਤਰਫਾ ਹੋ ਜਾਵਾਂਗੇ ਤਾਂ ਫਿਰ ਬੇਟਾ ਰਿਐਕਸ਼ਨ ਹੋਊਗਾ। ਬਾਬਾ ਜੀ ਮੇਰਾ ਦੂਜਾ ਸਵਾਲ ਹੈਗਾ ਕਿ ਸਾਨੂੰ ਕਦੇ ਐਸਾ ਕੰਮ ਕਰਨਾ ਚਾਹੀਦਾ ਜਿਹਦੇ ਨਾਲ ਸਾਡੇ ਅਸੂਲ ਕੰਪਰੋਮਾਈਜ਼ ਹੋ ਜਾਣ? ਬੇਟਾ ਫਿਰ ਬੋਝ ਵੀ ਸਾਨੂੰ ਚੁੱਕਣਾ ਪਊਗਾ, ਕਿਸੇ ਹੋਰ ਨੇ ਤਾਂ ਚੁੱਕਣਾ ਨਹੀਂਗਾ। ਮੈਂ ਗਲਤ ਕੰਮ ਕਰੂੰਗਾ, ਮੈਂ ਅੱਗ ਵਿੱਚ ਹੱਥ ਪਾਊਂਗਾ ਤਾਂ ਮੇਰਾ ਹੱਥ ਜਲੂਗਾ। ਬੇਟਾ ਇਹ ਤਾਂ ਨਹੀਂ ਕਿ ਮੇਰੇ ਮਾਂ-ਬਾਪ ਨੇ ਮੇਰੀ ਉਸ ਵਕਤ ਪੀੜ ਮੇਰੀ ਦੂਰ ਕਰ ਸਕਦੇ ਆ। ਉਹਨਾਂ ਨੂੰ ਦੁੱਖ ਜ਼ਰੂਰ ਹੋਊਗਾ ਮਗਰ ਪੀੜ ਤਾਂ ਮੈਨੂੰ ਹੋਊਗੀ। ਹਾਂਜੀ। ਤਾਂ ਬੇਟੇ ਜਦੋਂ ਆਪਾਂ ਨੂੰ ਪਤਾ ਹੈ ਸਹੀ ਕੀ ਹੈ ਗਲਤ ਕੀ ਹੈ, ਹੁਣ ਦੇਖੋ ਮੈਨੂੰ ਤਾਂ ਇੱਕ ਗੱਲ ਸਮਝ ਨਹੀਂ ਆਉਂਦੀ। ਆਪਾਂ ਕਹਿੰਦੇ ਆ ਕਿ ਜੀ ਕਿਸਮਤ ਮਾਲਿਕ ਨੇ ਬਣਾਈ, ਜੇ ਉਹਨੇ ਬਣਾਈ ਹੈ ਜੋ ਕੁਛ ਉਹਨੇ ਕਿਸਮਤ 'ਚ ਲਿਖਿਆ ਜ਼ਰੂਰ ਮਿਲੂਗਾ, ਜੋ ਨਹੀਂ ਲਿਖਿਆ ਦੁਨੀਆ ਦੀ ਕੋਈ ਤਾਕਤ ਨਹੀਂ ਤੁਹਾਨੂੰ ਦੇ ਸਕਦੀ। ਫਿਰ ਅਸੂਲਾਂ ਦੀ ਕੁਰਬਾਨੀ ਆਪਾਂ ਕਿਉਂ ਕਰਦੇ ਹਾਂ? ਅਸੂਲਾਂ ਦੀ ਕੁਰਬਾਨੀ ਕਰੋਗੇ ਥੋੜੀ ਦੇਰ ਵਾਸਤੇ ਮਿਲ ਜੂਗੀ, ਮਗਰ ਉਹਦਾ ਬੋਝ ਇੰਨਾ ਹੋਊਗਾ, ਉਹਦਾ ਵੀ ਨਾਲ ਹਿਸਾਬ ਕਿਤਾਬ ਦੇਣਾ ਪਊਗਾ। ਬੇਟਾ ਰਹੂਗਾ ਫਿਰ ਵੀ ਉਨਾ ਹੀ, ਤਾਂ ਕਾਹਦੇ वास्ते? बाबा जी दया मेहर बना के रखना। बाबा जी जैसे कहते हैं कि जीवत मरिए बफजल तरिए, बाबा जी मैं भी जीते जी मरना चाहता हूँ बाबा जी। बेटा भजन सिमरन वही जीते जी मरना है। जब हम सूरत को, ये 9 द्वारे हैं जिनके जरिए हमारा ख्याल दुनिया में फैलता है, तो जब हम भजन सिमरन करेंगे 9 द्वारों से ख्याल इकट्ठा करके यहाँ टिकाएंगे, उसको जीते जी मरना कहते हैं। बाबा जी भजन सिमरन का बल बख्शना और ऐसे ही सेवा पर बुलाते रहना। बाबा जी जो बच्चे यहाँ पे सेवा करते हैं या कहीं पे भी सेवा करते हैं, तो वो बच्चे अगर नामदान लेने से पहले उनकी किसी कारणवश अगर मृत्यु हो जाती है तो उन रूहों का क्या होता है बाबा जी? बेटा ऐसे नहीं सोचना चाहिए। देखो हमारा रिश्ता तो जिस वक्त से हम अपना विश्वास जोड़ते हैं उस वक्त से रिश्ता शुरू हो जाता है। बेटा अब आप समझते हो कि नामदान लेने के साथ कोई हमारे ऊपर कोई जादू की छड़ी घुमा देता है? नामदान के वक्त तो सिर्फ समझाया जाता है कि आपने क्या करना है, क्यों करना है और कैसे करना है। अब ये तो दाखला लेना है ना, बच्चे को आपने अच्छे स्कूल में दाखला दिला दिया, वो पढ़ाई करेगा तो पास होगा, अगर पढ़ाई नहीं करेगा तो पास तो नहीं होगा ना। बाबा जी दूसरा क्वेश्चन है कि अब कहीं भी संसार में अगर कोई गलती करता है तो हमें उसका विरोध करना चाहिए या अपनी उम्र का ख्याल करते चुप रहना चाहिए? बेटे दोनों बातें हैं। अगर तो मैं निभा सकता हूं, मेरे में इतनी ताकत है कि मैं निभा सकता हूं, फिर तो कभी भी कोई गलत काम हो रहा है तो मेरे को आवाज उठानी चाहिए। अगर मैं नहीं निभा सकता और मैं उसके बोझ के नीचे दब जाऊंगा, मैंने आवाज उठाई तो क्या होगा? अपने मन की शांति खराब करके बैठ जाऊंगा, तो फिर मैं भी प्रॉब्लम का हिस्सा बन जाऊंगा। बेटा हमने सही चीज का हिस्सा बनना है। अब हर एक चीज पे हर एक इंसान सोचता है कि मेरे को भी बोलने की जरूरत है। बेटा अब हर एक बोलेगा, हर एक की मनमर्जी तो चल नहीं सकती। क्या हमें मालूम है कि सही क्या है, गलत क्या है?